ਖੁਦਾਵੰਦ ਪ੍ਰਭੂ ਯੀਸ਼ੂ ਮਸੀਹ ਦੇ ਪਵਿੱਤਰ ਨਾਮ ਦੇ ਵਿੱਚ ਤੁਹਾਨੂੰ ਸਭ ਨੂੰ ਸਲਾਮ। ਅਸੀਂ ਪਿਤਾ ਦਾ ਧੰਨਵਾਦ ਕਰਦੇ ਹਾਂ ਕਿ ਉਸਨੇ ਅੱਜ ਦੀ ਇਹ ਸਾਨੂੰ ਸੁਬਾ ਦਿੱਤੀ ਹੈ। ਭਾਵੇਂ ਕਿ ਅਸੀਂ ਪ੍ਰਭੂ ਦੇ ਭਵਨ ਦੇ ਅੰਦਰ ਜਾ ਕੇ ਉਸ ਦੀ ਆਰਾਧਨਾ ਅੱਜ ਨਹੀਂ ਕਰ ਸਕੇ, ਪਰ ਫਿਰ ਵੀ ਅਸੀਂ ਪਰਮੇਸ਼ਵਰ ਦੇ ਸ਼ੁਕਰਗੁਜ਼ਾਰ ਹਾਂ ਕਿ ਅਸੀਂ ਆਪਣੇ ਘਰਾਂ ਪਰਿਵਾਰਾਂ ਦੇ ਵਿੱਚ ਸੁਰੱਖਿਅਤ ਹਾਂ ਔਰ ਇਸ ਵਕਤ ਅਸੀਂ ਪ੍ਰਭੂ ਦੀ ਆਰਾਧਨਾ ਕਰ ਸਕਦੇ ਹਾਂ ਆਪਣੇ ਪਰਿਵਾਰ ਦੇ ਨਾਲ ਮਿਲ ਕੇ। ਸੋ ਹਰ ਗੱਲ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਹਰ ਮੌਕੇ ਦੇ ਲਈ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਵਿਸ਼ੇਸ਼ ਰੂਪ ਦੇ ਨਾਲ ਅੱਜ ਦੇ ਇਸ ਮੁਕੱਦਸ ਦਿਨ ਦੇ ਲਈ, ਕਿਉਂਕਿ ਅਸੀਂ ਜਾਣਦੇ ਹਾਂ ਇਹ ਸਾਡੀ ਕੋਈ ਖੂਬੀ ਔਰ ਹਸਤੀ ਨਹੀਂ ਕਿ ਅਸੀਂ ਜੀਵਤ ਹਾਂ, ਇਹ ਪਰਮੇਸ਼ਵਰ ਦਾ ਰਹਿਮ ਹੈ, ਕਿਰਪਾ ਹੈ। ਸੋ ਮੈਂ ਚਾਹਾਂਗਾ ਕਿ ਅਸੀਂ ਕੁਝ ਸਮਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਗੁਜ਼ਾਰੀਏ। ਸੋ ਜ਼ਬੂਰ 105 ਔਰ ਉਸ ਦੀ 17 ਆਇਤ ਤੋਂ ਲੈ ਕੇ 22 ਆਇਤ ਤੱਕ ਮੈਂ ਸਾਡੇ ਸਭ ਦੇ ਲਈ ਪੜ੍ਹਾਂਗਾ। ਜ਼ਬੂਰ 105 17 ਆਇਤ ਤੋਂ ਲੈ ਕੇ 22 ਆਇਤ ਦੇ ਆਖਰ ਤੱਕ ਪ੍ਰਭੂ ਦੇ ਵਚਨ ਦੇ ਵਿੱਚ ਲਿਖਿਆ ਹੈ, ਉਹਨੇ ਉਹਨਾਂ ਦੇ ਅੱਗੇ ਇੱਕ ਮਨੁੱਖ ਘੱਲਿਆ, ਯੂਸਫ ਦਾਸ ਕਰਕੇ ਵੇਚਿਆ ਗਿਆ। ਉਹਨਾਂ ਨੇ ਉਹਦੇ ਪੈਰਾਂ ਨੂੰ ਬੇੜੀਆਂ ਨਾਲ ਦੁੱਖ ਦਿੱਤਾ, ਉਹ ਲੋਹੇ ਵਿੱਚ ਜਕੜਿਆ ਗਿਆ। ਉਸ ਵੇਲੇ ਤੀਕ ਭਈ ਉਹਦਾ ਵਚਨ ਪੂਰਾ ਹੋ ਗਿਆ, ਯਹੋਵਾ ਦਾ ਸ਼ਬਦ ਉਸ ਨੂੰ ਪਰਖਦਾ ਰਿਹਾ। ਰਾਜੇ ਨੇ ਹੁਕਮ ਘੱਲ ਕੇ ਉਹਨੂੰ ਖੋਲ੍ਹ ਦਿੱਤਾ, ਰਾਇਤਾਂ ਦੇ ਹਾਕਮਾਂ ਨੇ ਉਹਨੂੰ ਆਜ਼ਾਦ ਕੀਤਾ। ਉਸਨੇ ਉਹਨੂੰ ਆਪਣੇ ਘਰ ਦਾ ਮਾਲਕ ਅਤੇ ਆਪਣੀ ਸਾਰੀ ਮਿਲਕ ਦਾ ਹਾਕਮ ਠਹਿਰਾਇਆ, ਭਈ ਉਹ ਆਪਣੀ ਮਰਜ਼ੀ ਨਾਲ ਉਸ ਦੇ ਸਰਦਾਰਾਂ ਨੂੰ ਬੰਨ੍ਹ ਲਵੇ ਅਤੇ ਉਸ ਦੇ ਬਜ਼ੁਰਗਾਂ ਨੂੰ ਮੱਤ ਸਿਖਾਵੇ। ਇਹ ਖੁਦਾਵੰਦ ਦਾ ਪਵਿੱਤਰ ਵਚਨ ਹੈ, ਇਸ ਦੇ ਪੜ੍ਹੇ ਅਤੇ ਸੁਣੇ ਜਾਣ 'ਤੇ ਆਸ਼ੀਸ਼ ਅਤੇ ਬਰਕਤ ਹੋਵੇ। ਖੁਦਾਵੰਦ ਦੇ ਅਜ਼ੀਮ ਬੇਟੇ ਅਤੇ ਬੇਟੀਓ, ਅੱਜ ਜਿੰਨੇ ਵੀ ਲੋਕ ਮਸੀਹ ਦੇ ਵਿੱਚ ਵਿਸ਼ਵਾਸ ਕਰਦੇ ਹਨ, ਜਿੰਨੇ ਵੀ ਆਤਮਿਕ ਜ਼ਿੰਦਗੀ ਨੂੰ ਜਿਉਣਾ ਚਾਹੁੰਦੇ ਹਨ, ਜਿੰਨੇ ਵੀ ਸਵਰਗੀ ਰਾਜ ਦੀ ਇੱਛਾ ਨੂੰ ਰੱਖਦੇ ਹਨ, ਜਿੰਨੇ ਵੀ ਪ੍ਰਭੂ ਦੀ ਸੇਵਕਾਈ ਦੇ ਵਿੱਚ ਹਨ, ਜਿੰਨੇ ਵੀ ਵਿਸ਼ਵਾਸੀ ਅਤੇ ਧਰਮੀ ਹਨ, ਜਿੰਨੇ ਵੀ ਪਰਮੇਸ਼ਵਰ ਦੀਆਂ ਵਿਧੀਆਂ ਨੂੰ ਪੂਰਾ ਕਰ ਰਹੇ ਹਨ, ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਉਹਨਾਂ ਸਭ ਦੇ ਲਈ ਅੱਜ ਦੇ ਦਿਨ ਇੱਕ ਖਾਸ ਸਬਕ ਹੈ ਕਿ ਭਾਵੇਂ ਅਸੀਂ ਜਿੰਨੇ ਮਰਜ਼ੀ ਪੜ੍ਹੇ ਲਿਖੇ ਹੋਈਏ, ਕਿ ਭਾਵੇਂ ਸਾਡਾ ਪਰਿਵਾਰਿਕ ਪਿਛੋਕੜ ਕਿਸੇ ਵੀ ਤਰ੍ਹਾਂ ਦਾ ਹੋਵੇ, ਭਾਵੇਂ ਅਸੀਂ ਜਿੰਨੇ ਮਰਜ਼ੀ ਬੁੱਧੀਵਾਨ ਹੋਈਏ, ਭਾਵੇਂ ਅਸੀਂ ਦੁਨੀਆ ਦੀ ਬੈਸਟ ਤੋਂ ਬੈਸਟ ਯੂਨੀਵਰਸਿਟੀ, ਕਾਲਜ ਜਾਂ ਇੰਸਟੀਟਿਊਸ਼ਨ ਦੇ ਵਿੱਚੋਂ ਪੜ੍ਹੇ ਹੋਈਏ, ਭਾਵੇਂ ਸਾਡੇ ਕੋਲ ਵਰਦਾਨ ਹੋਣ, ਭਾਵੇਂ ਸਾਡੇ ਕੋਲੇ ਪਰਮੇਸ਼ਵਰ ਤੋਂ ਦਿੱਤੀਆਂ ਸਾਰੀਆਂ ਆਸ਼ੀਸ਼ ਅਤੇ ਬਰਕਤ ਹੋਣ, ਔਰ ਭਾਵੇਂ ਸਾਡੇ ਕੋਲੇ ਤਾਕਤ ਹੋਵੇ, ਬੁੱਧ ਹੋਵੇ, ਜਿਹੜੀ ਕਿ ਇਸ ਧਰਤੀ 'ਤੇ ਰਹਿੰਦੇ ਹੋਇਆਂ ਵਿਸ਼ਵਾਸੀ ਜੀਵਨ ਬਤੀਤ ਕਰਨ ਦੇ ਲਈ, ਆਤਮਿਕ ਉન્નਤੀ ਦੇ ਲਈ, ਪਰਮੇਸ਼ਵਰ ਦੇ ਰਾਹਾਂ 'ਤੇ ਚੱਲਣ ਦੇ ਲਈ, ਪਰਮੇਸ਼ਵਰ ਦੇ ਸਵਰਗੀ ਰਾਜ ਦੀ ਸੇਵਕਾਈ ਦੇ ਲਈ, ਇਹਨਾਂ ਸਭ ਦੇ ਬਾਵਜੂਦ ਮੈਨੂੰ ਅਤੇ ਤੁਹਾਨੂੰ ਪਰਮੇਸ਼ਵਰ ਦਾ ਇੱਕ ਪ੍ਰੋਸੀਜਰ ਹੈ, ਇੱਕ ਪ੍ਰਕਿਰਿਆ ਹੈ, ਉਸ ਦੇ ਵਿੱਚੋਂ ਗੁਜ਼ਰਨਾ ਪਏਗਾ ਉਸ ਦੇ ਵਿੱਚੋਂ। ਜ਼ਬੂਰਾਂ ਦੀ ਪੋਥੀ ਦੇ ਵਿੱਚੋਂ ਅਸੀਂ ਪੜ੍ਹਿਆ 105 ਬਾਬ, ਉਸ ਦੀ 17 ਤੋਂ 22 ਆਇਤ, ਔਰ ਇਹ ਹਕੀਕਤ ਹੈ ਯੂਸਫ ਦੀ ਜ਼ਿੰਦਗੀ ਦੇ ਬਾਰੇ। ਯੂਸਫ ਇਸ ਸਿਚੁਏਸ਼ਨ ਵਿੱਚ ਆਉਣ ਤੋਂ ਪਹਿਲਾਂ ਦਰਸ਼ਨ ਵੇਖਦਾ ਹੈ, ਦਰਸ਼ਨ ਦਾ ਵਰਦਾਨ ਹੈ ਉਸ ਦੇ ਕੋਲੇ, ਔਰ ਉਸਨੇ ਉਹ ਦਰਸ਼ਨ ਆਪਣੇ ਭਰਾਵਾਂ 'ਤੇ ਨਾਜ਼ਲ ਕੀਤਾ। ਉਹ ਦਰਸ਼ਨ ਯੂਸਫ ਨੇ ਆਪਣੇ ਭਰਾਵਾਂ ਨੂੰ ਦੱਸਿਆ, ਪਰ ਉਸ ਦੇ ਬਾਵਜੂਦ ਪਰਮੇਸ਼ਵਰ ਦੀ ਜਿਹੜੀ ਪ੍ਰਕਿਰਿਆ ਹੈ ਉਸ ਦੇ ਵਿੱਚ ਉਸ ਨੂੰ ਲੰਘਣਾ ਪਿਆ।
ਇਸ ਕਰਕੇ ਮੇਰੇ ਅਤੇ ਤੁਹਾਡੇ ਲਈ, ਚਾਹੇ ਅੱਜ ਅਸੀਂ ਨਿਰਾਸ਼ ਹੋਈਏ, ਚਾਹੇ ਅਸੀਂ ਅੱਜ ਹਤਾਸ਼ ਹੋਈਏ ਕਿ ਕੋਸ਼ਿਸ਼ ਕਰ ਲਈ, ਬੜੇ ਕੁਝ ਅਸੀਂ ਕਰ ਲਿਆ, ਪਰ ਸਾਨੂੰ ਲੱਗਦਾ ਹੈ ਕਿ ਸਾਨੂੰ ਉਸ ਤਰ੍ਹਾਂ ਦਾ ਫਲ ਨਹੀਂ ਮਿਲ ਰਿਹਾ, ਉਸ ਤਰ੍ਹਾਂ ਦੀ ਤਰੱਕੀ ਨਹੀਂ ਮਿਲ ਰਹੀ, ਉਸ ਤਰ੍ਹਾਂ ਦਾ ਜੀਵਨ ਨਹੀਂ ਅਸੀਂ ਗੁਜ਼ਾਰ ਰਹੇ ਜਿਸ ਤਰ੍ਹਾਂ ਦਾ ਗੁਜ਼ਾਰਨਾ ਚਾਹੀਦਾ ਹੈ, ਤਾਂ ਘਬਰਾਉਣ ਦੀ ਲੋੜ ਨਹੀਂ, ਡਰਨ ਦੀ ਲੋੜ ਨਹੀਂ। ਕਿਉਂਕਿ ਯੂਸਫ ਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਦੀ ਲੰਘਣਾ ਪਿਆ, ਪ੍ਰਭੂ ਯੀਸ਼ੂ ਮਸੀਹ ਨੂੰ ਉਸ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ, ਪੌਲੁਸ ਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਿਆ, ਤਾਂ ਮੈਨੂੰ ਅਤੇ ਤੁਹਾਨੂੰ ਵੀ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਏਗਾ। ਯੂਸਫ ਦੇ ਕੋਲੇ ਵਰਦਾਨ, ਪਰ ਇਸ ਦੇ ਬਾਵਜੂਦ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਿਆ। ਸੁਪਨੇ ਵੇਖਣ ਅਤੇ ਸੁਪਨੇ ਦੱਸਣ ਦਾ ਵਰਦਾਨ, ਉਸ ਦੇ ਬਾਵਜੂਦ ਉਸ ਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪਿਆ। ਅੱਜ ਮੇਰੇ ਅਤੇ ਤੁਹਾਡੇ ਲਈ ਜ਼ਰੂਰੀ ਹੈ ਕਿ ਮੈਂ ਅਤੇ ਤੁਸੀਂ ਵੀ ਜਿੰਨੀ ਦੇਰ ਤੱਕ ਉਸ ਪ੍ਰਕਿਰਿਆ ਦੇ ਵਿੱਚੋਂ, ਉਸ ਪ੍ਰੋਸੀਜਰ ਦੇ ਵਿੱਚੋਂ ਲੰਘਦੇ ਨਹੀਂ, ਉਨੀ ਦੇਰ ਤੱਕ ਮੈਂ ਅਤੇ ਤੁਸੀਂ ਨਾਇਕ ਨਹੀਂ ਬਣ ਸਕਦੇ। ਇਸ ਲਈ ਵਿਸ਼ਵਾਸੀ ਧਰਮੀ ਪਰਮੇਸ਼ਵਰ ਦੀ ਸੇਵਕਾਈ ਦੇ ਲਈ ਜ਼ਰੂਰੀ ਹੈ ਕਿ ਮੈਂ ਅਤੇ ਤੁਸੀਂ ਉਸ ਪ੍ਰਕਿਰਿਆ ਦੇ ਵਿੱਚੋਂ ਲੰਘੀਏ। ਹਾਂ, ਇਹ ਗੱਲ ਪੱਕੀ ਹੈ, ਇਹ ਗੱਲ ਸੱਚ ਹੈ, ਲਾ ਤਬਦੀਲ ਹੈ ਕਿ ਜਦੋਂ ਅਸੀਂ ਆਤਮਿਕ ਜੀਵਨ ਦੇ ਵਿੱਚ, ਜਦੋਂ ਅਸੀਂ ਪ੍ਰਭੂ ਦੀ ਸੇਵਕਾਈ ਦੇ ਵਿੱਚ, ਜਾਂ ਜਦੋਂ ਅਸੀਂ ਦੁਨਿਆਵੀ ਰੂਪ ਦੇ ਵਿੱਚ ਅੱਗੇ ਵਧਦੇ ਹਾਂ, ਤਾਂ ਲੋਕ ਸਾਡੀ ਪ੍ਰਸ਼ੰਸਾ ਕਰਦੇ ਹਨ। ਇੱਕ ਖਾਸ ਸਟੇਟਮੈਂਟ ਹੈ ਜਿਹੜੀ ਉਸ ਨੂੰ ਸੋਚਣ ਦੀ, ਸਮਝਣ ਦੀ, ਪਰਖਣ ਦੀ ਜ਼ਰੂਰਤ ਹੈ। ਉਹ ਕਿਹੜੀ ਹੈ ਸਟੇਟਮੈਂਟ? ਲੋਕ ਚਾਹੁੰਦੇ ਹਨ, ਸਾਡਾ ਪਰਿਵਾਰ ਚਾਹੁੰਦਾ ਹੈ, ਸਾਡੇ ਹਿਤੈਸ਼ੀ ਚਾਹੁੰਦੇ ਹਨ ਕਿ ਅਸੀਂ ਅੱਗੇ ਵਧੀਏ, ਪਰ ਉਹਨਾਂ ਤੋਂ ਅੱਗੇ ਨਾ ਵਧੀਏ। ਜਦੋਂ ਜਦੋਂ ਉਹਨਾਂ ਨੂੰ ਲੱਗੇਗਾ ਕਿ ਅਸੀਂ ਉਹਨਾਂ ਤੋਂ ਅੱਗੇ ਵਧ ਰਹੇ ਹਾਂ, ਪ੍ਰਾਰਥਨਾ ਦੇ ਵਿੱਚ, ਚਰਚ ਦੀ ਅਗਵਾਈ ਕਰਨ ਦੇ ਵਿੱਚ, ਪ੍ਰੇਜ਼ ਐਂਡ ਵਰਸ਼ਿਪ ਦੇ ਵਿੱਚ, ਵਚਨ ਸੁਣਾਉਣ ਦੇ ਵਿੱਚ, ਵਰਤ ਰੱਖਣ ਦੇ ਵਿੱਚ, ਜਦੋਂ ਉਹਨਾਂ ਨੂੰ ਲੱਗੇਗਾ ਕਿ ਅਸੀਂ ਉਹਨਾਂ ਤੋਂ ਅੱਗੇ ਲੰਘ ਰਹੇ ਹਾਂ, ਤਾਂ ਉਹ ਸਾਡੀ ਵਿਰੋਧਤਾ ਕਰਨਗੇ, ਉਹ ਸਾਡੀ ਵਿਰੋਧਤਾ ਕਰਨਗੇ, ਉਹ ਸਾਡੇ 'ਤੇ ਝੂਠੇ ਦੋਸ਼ ਲਾਉਣਗੇ, ਉਹ ਸਾਡੀ ਬੁਰਾਈ ਕਰਨਗੇ। ਉਹੀ ਵਕਤ ਹੈ ਪਰਮੇਸ਼ਵਰ ਦੀ ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨ ਦਾ, ਉਹੀ ਵਕਤ ਹੈ ਪਰਖੇ ਜਾਣ ਦਾ, ਉਹੀ ਵਕਤ ਹੈ ਵਿਸ਼ਵਾਸ ਦੇ ਵਿੱਚ ਮਜ਼ਬੂਤ ਹੋਣ ਦਾ। ਯੂਸਫ ਦੇ ਪਿਤਾ ਨੇ ਆਪਣੇ ਪੁੱਤਰ ਦੇ ਲਈ ਇੱਕ ਬਾਗਾ ਬਣਾਇਆ, ਬੜਾ ਖੂਬਸੂਰਤ ਰੰਗ ਬਰੰਗਾ, ਜਿਹੜਾ ਕਿ ਉਸ ਵਕਤ ਰਾਜਕੁਮਾਰ ਪਹਿਨਦੇ ਸਨ। ਯੂਸਫ ਦਾ ਪਿਤਾ ਯੂਸਫ ਨੂੰ ਬਹੁਤ ਜ਼ਿਆਦਾ ਮੁਹੱਬਤ ਕਰਦਾ ਹੈ। ਭਰਾ, ਸਕੇ ਭਰਾ, ਜਦੋਂ ਉਹਨਾਂ ਨੇ ਇਹ ਦੇਖਿਆ ਕਿ ਪਿਤਾ ਇਸ ਨੂੰ ਮੁਹੱਬਤ ਕਰਦਾ ਹੈ, ਪਿਤਾ ਨੇ ਇਸ ਨੂੰ ਬਾਗਾ ਬਣਾ ਕੇ ਦਿੱਤਾ ਹੈ, ਇਸ ਕਾਰਨ ਉਹਦੇ ਨਾਲ ਨਫ਼ਰਤ ਕਰਨ ਲੱਗ ਪਏ। ਅੱਜ ਦੀ ਡੇਟ ਦੇ ਅੰਦਰ ਅਗਰ ਪਰਮੇਸ਼ਵਰ ਮੈਨੂੰ ਅਤੇ ਤੁਹਾਨੂੰ ਮੁਹੱਬਤ ਕਰਦਾ ਹੈ, ਅਗਰ ਪਰਮੇਸ਼ਵਰ ਨੇ ਮੈਨੂੰ ਅਤੇ ਤੁਹਾਨੂੰ ਬਰਕਤਾਂ ਦਿੱਤੀਆਂ ਹਨ, ਤਾਂ ਸਾਡੇ ਆਪਣੇ ਹੀ ਪਰਿਵਾਰਕ ਮੈਂਬਰ, ਆਪਣੇ ਹੀ ਦੋਸਤ ਮਿੱਤਰ, ਆਪਣੇ ਹੀ ਸੰਗੀ ਸਾਥੀ ਸਾਡੀ ਵਿਰੋਧਤਾ ਕਰਨਗੇ। ਉਹੀ ਸਮਾਂ ਹੈ ਪਰਮੇਸ਼ਵਰ ਦੀ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣ ਦਾ। ਯੂਸਫ ਪੋਤੀਫਰ ਦੇ ਘਰ 'ਚ ਰਿਹਾ, ਇਲਜ਼ਾਮ ਲਗਾਇਆ ਗਿਆ, ਜੇਲ੍ਹ 'ਚ ਬੰਦ ਕੀਤਾ ਗਿਆ। ਇਸ ਦੇ ਬਾਵਜੂਦ ਇਹ ਗਵਾਹੀ ਹੈ ਉਹਦੇ ਸੰਗੀ ਸਾਥੀਆਂ ਦੀ, ਜਿਹੜੇ ਜੇਲ੍ਹ ਦੇ ਵਿੱਚ ਸਨ, ਕਿ ਸੱਚਮੁੱਚ ਪਰਮੇਸ਼ਵਰ ਇਸ ਦੇ ਨਾਲ ਹੈ, ਔਰ ਜਿਸ ਵੀ ਕੰਮ ਦੇ ਵਿੱਚ ਹੱਥ ਪਾਉਂਦਾ ਉਹਦੇ 'ਚ ਸਫਲ ਹੁੰਦਾ ਹੈ। ਕਾਰਨ ਕੀ ਸੀ?
ਉਸਨੇ ਸਮਝ ਲਿਆ ਕਿ ਮੈਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਣਾ ਹੈ। ਉਸਨੂੰ ਇਹ ਪਤਾ ਹੈ ਕਿ ਮੈਨੂੰ ਉਸ ਪ੍ਰਕਿਰਿਆ ਦੇ ਵਿੱਚੋਂ ਲੰਘਣਾ ਪੈਣਾ ਹੈ। ਬੜੇ ਲੋਕ ਐਸੇ ਹਨ, ਜਦੋਂ ਉਹ ਪ੍ਰਕਿਰਿਆ ਦਾ ਸਮਾਂ ਆਉਂਦਾ ਹੈ ਉਹ ਵਿਸ਼ਵਾਸ ਤੋਂ ਡੋਲ ਜਾਂਦੇ ਹਨ, ਸਥਿਰ ਨਹੀਂ ਰਹਿੰਦੇ, ਡਿੱਗ ਜਾਂਦੇ ਹਨ। ਪਰ ਜੇਕਰ ਮੈਂ ਤੇ ਤੁਸੀਂ ਅੱਜ ਉਸ ਪ੍ਰਕਿਰਿਆ ਦੇ ਵਿੱਚੋਂ ਨਹੀਂ ਲੰਘਦੇ ਤਾਂ ਜ਼ਿੰਦਗੀ ਦਾ ਤਾਜ ਮੇਰੇ ਅਤੇ ਤੁਹਾਡੇ ਕੋਲੇ ਨਹੀਂ ਹੈ। ਭਾਵੇਂ ਵਰਦਾਨ ਹੋਣ, ਭਾਵੇਂ ਕਿਸੇ ਤਰ੍ਹਾਂ ਦਾ ਪਰਿਵਾਰਿਕ ਪਿਛੋਕੜ ਹੋਏ, ਪਰ ਪਰਮੇਸ਼ਵਰ ਦਾ ਇੱਕ ਪ੍ਰੋਸੀਜਰ, ਪ੍ਰਕਿਰਿਆ ਹੈ, ਉਸ ਦੇ ਵਿੱਚੋਂ ਲੰਘਣਾ ਬੜਾ ਜ਼ਰੂਰੀ ਹੈ। ਖੁਦਾਵੰਦ ਦੇ ਬੇਟੇ ਬੇਟੀਓ, ਇੱਕ ਹੋਰ ਹਵਾਲਾ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ, ਮੱਤੀ ਦੀ ਅੰਜੀਲ ਉਸ ਦਾ 20 ਬਾਬ ਪਹਿਲੀ ਆਇਤ ਤੋਂ ਲੈ ਕੇ 16 ਆਇਤ ਦੇ ਆਖਰ ਤੱਕ ਹੈ। ਇਸ ਹਵਾਲੇ ਵਿੱਚ ਅਸੀਂ ਦੇਖਦੇ ਹਾਂ ਕਿ ਪ੍ਰਭੂ ਯੀਸ਼ੂ ਮਸੀਹ ਇੱਕ ਪੈਰਾਬਲ ਸੁਣਾ ਰਹੇ ਹਨ ਕਿ ਸਵਰਗ ਦਾ ਰਾਜ ਇੱਕ ਘਰ ਦੇ ਮਾਲਕ ਵਰਗਾ, ਜਿਸ ਦਾ ਅੰਗੂਰੀ ਬਾਗ ਹੈ, ਉਹ ਸੁਬਾਹ ਯਾਨੀ ਕਿ 6 ਵਜੇ ਗਿਆ ਔਰ ਕੁਝ ਮਜ਼ਦੂਰਾਂ ਨੂੰ ਉਹਨਾਂ ਦੇ ਨਾਲ ਦਿਹਾੜੀ ਤੈਅ ਕਰਕੇ ਆਪਣੇ ਅੰਗੂਰੀ ਬਾਗ ਦੇ ਵਿੱਚ ਕੰਮ ਕਰਨ ਲਈ ਲੈ ਆਇਆ। ਉਸ ਤੋਂ ਬਾਅਦ ਉਹ ਦਿਨ ਚੜ੍ਹ ਗਿਆ, ਯਾਨੀ ਕਿ 9 ਵਜੇ ਗਿਆ। ਉਹਨਾਂ ਨੂੰ ਵੀ ਮਜ਼ਦੂਰੀ ਤੈਅ ਕੀਤੀ ਔਰ ਉਹਨਾਂ ਨੂੰ ਵੀ ਆਪਣੇ ਅੰਗੂਰੀ ਬਾਗ ਦੇ ਵਿੱਚ ਲਗਾਇਆ। ਫਿਰ 12 ਵਜੇ ਗਿਆ, ਫਿਰ ਮਜ਼ਦੂਰ ਦੇਖੇ, ਉਹਨਾਂ ਨੂੰ ਵੀ ਲੈ ਕੇ ਆਇਆ, ਉਹਨਾਂ ਲਈ ਵੀ ਦਿਹਾੜੀ ਤੈਅ ਕੀਤੀ ਔਰ ਉਹਨਾਂ ਨੂੰ ਅੰਗੂਰੀ ਬਾਗ ਦੇ ਵਿੱਚ ਲਗਾਇਆ। ਫਿਰ 3 ਵਜੇ ਗਿਆ, ਉਹਨਾਂ ਨੂੰ ਵੀ ਕਿਹਾ ਕਿ ਮੇਰੇ ਅੰਗੂਰੀ ਬਾਗ ਦੇ ਵਿੱਚ ਕੰਮ ਕਰੋ। ਫਿਰ 5 ਵਜੇ ਗਿਆ, ਯਾਨੀ ਕਿ 1 ਘੰਟਾ ਰਹਿੰਦਿਆਂ ਗਿਆ, ਉਹਨੇ ਫਿਰ ਮਜ਼ਦੂਰਾਂ ਨੂੰ ਦੇਖਿਆ, ਉਹਨਾਂ ਨੂੰ ਕਿਹਾ ਕਿ ਆਓ ਮੇਰੇ ਅੰਗੂਰੀ ਬਾਗ ਦੇ ਵਿੱਚ ਕੰਮ ਕਰੋ। ਪੂਰਾ ਦਿਨ ਕੰਮ ਹੋਇਆ ਔਰ ਜਿਹੜਾ ਅੰਗੂਰੀ ਬਾਗ ਦਾ ਮਾਲਿਕ ਸੀ, ਜਦੋਂ ਮਜ਼ਦੂਰੀ ਦੇਣ ਦਾ ਵਕਤ ਆਇਆ ਤਾਂ ਉਸਨੇ ਸਾਰਿਆਂ ਨੂੰ ਬਰਾਬਰ ਮਜ਼ਦੂਰੀ ਦਿੱਤੀ। ਜਿਹੜੇ 6 ਵਜੇ ਆਏ, ਜਿਹੜੇ 9 ਵਜੇ ਆਏ, ਜਿਹੜੇ 12 ਵਜੇ ਆਏ, ਜਿਹੜੇ 3 ਵਜੇ ਆਏ, ਜਿਹੜੇ 5 ਵਜੇ ਆਏ, ਸਭ ਨੂੰ ਬਰਾਬਰ ਮਜ਼ਦੂਰੀ ਦਿੱਤੀ। ਤਾਂ ਜਿਹੜੇ 6 ਵਜੇ ਆਏ, ਜਿਹੜੇ ਸਭ ਤੋਂ ਪਹਿਲਾਂ ਆਏ, ਉਹ ਬੁੜਬੜਾਉਣ ਲੱਗੇ ਕਿ ਜਿਹੜਾ ਇਹ ਮਾਲਕ ਹੈ ਅੰਗੂਰੀ ਬਾਗ ਦਾ, ਇਹ ਅਨਿਆਈ ਹੈ, ਇਹ ਨਿਆਂ ਨਹੀਂ ਕੀਤਾ ਉਸਨੇ, ਕਿਉਂਕਿ ਉਹਨਾਂ ਨੂੰ ਵੀ ਬਰਾਬਰ ਮਜ਼ਦੂਰੀ ਦਿੱਤੀ ਜਿਹੜੇ 1 ਘੰਟਾ ਰਹਿੰਦਿਆਂ ਦਿਨ ਆਏ ਸਨ। ਖੁਦਾਵੰਦ ਦੇ ਬੇਟੇ ਬੇਟੀਓ, ਇਹ ਅਸਲ ਵਿੱਚ ਮਜ਼ਦੂਰੀ ਜਾਂ ਦੁਨਿਆਵੀ ਮਜ਼ਦੂਰੀ ਦੇ ਨਾਲ ਸੰਬੰਧਿਤ ਦ੍ਰਿਸ਼ਟਾਂਤ ਨਹੀਂ ਹੈ। ਇਹ ਸਵਰਗੀ ਰਾਜ ਦੀ ਸੇਵਕਾਈ ਦੇ ਲਈ, ਜਿਹੜੀ ਸੇਵਕਾਈ ਦੇ ਲਈ ਆਸ਼ੀਸ਼ ਬਰਕਤ ਹੈ, ਉਸ ਦੀ ਬਾਬਤ ਇਹ ਦ੍ਰਿਸ਼ਟਾਂਤ ਹੈ। ਔਰ ਉਸ ਮਾਲਿਕ ਨੇ ਕਿਹਾ, ਭਲਿਓ ਲੋਕੋ ਜਿਹੜੇ ਤੁਸੀਂ ਬੁੜਬੜਾ ਰਹੇ ਹੋ ਕਿ ਜਿਹੜੇ ਬਾਅਦ 'ਚ ਆਏ ਉਹਨਾਂ ਨੂੰ ਵੀ ਉਨੀ ਦਿਹਾੜੀ ਹੈ, ਕਿ ਮੈਂ ਆਪਣੇ ਮਾਲ ਦਾ ਮਾਲਿਕ ਨਹੀਂ, ਕਿ ਮੈਂ ਆਪਣੇ ਮਾਲ ਨੂੰ ਆਪਣੀ ਮਰਜ਼ੀ ਦੇ ਨਾਲ ਇਸਤੇਮਾਲ ਨਹੀਂ ਕਰ ਸਕਦਾ। ਇਹ ਸਵਰਗੀ ਰਾਜ ਦਾ ਇਹ ਦ੍ਰਿਸ਼ਟਾਂਤ ਹੈ। ਔਰ ਇਸੇ ਲਈ ਕਿਹਾ ਗਿਆ ਆਖਰ ਦੇ ਵਿੱਚ, ਜੇ ਤੁਸੀਂ ਪੜ੍ਹੋ ਤਾਂ, ਕਿ ਜਿਹੜੇ ਪਿਛਲੇ ਹਨ ਉਹ ਅੱਗੇ ਕੀਤੇ ਜਾਣਗੇ, ਜਿਹੜੇ ਅਗਲੇ ਹਨ ਉਹ ਪਿੱਛੇ ਕੀਤੇ ਜਾਣਗੇ। ਕਿਸ ਕਾਰਨ? ਆਪਣੇ ਜੀਵਨ ਦੇ ਕਾਰਨ, ਆਪਣੇ ਸੁਭਾਅ ਦੇ ਕਾਰਨ, ਆਪਣੀਆਂ ਆਦਤਾਂ ਦੇ ਕਾਰਨ, ਆਪਣੇ ਕੰਮਾਂ ਦੇ ਕਾਰਨ। ਇਹ ਪਰਮੇਸ਼ਵਰ ਦੀ ਮਰਜ਼ੀ ਹੈ ਕਿ ਉਹ ਕਿਸ ਨੂੰ ਕਿਸ ਕੰਮ ਦੇ ਲਈ ਇਸਤੇਮਾਲ ਕਰ ਰਿਹਾ ਹੈ। ਔਰ ਜਦੋਂ ਪਰਮੇਸ਼ਵਰ ਆਪਣੀ ਸੇਵਕਾਈ ਦੇ ਲਈ, ਆਤਮਿਕ ਜੀਵਨ ਦੇ ਲਈ ਸਾਨੂੰ ਇਸਤੇਮਾਲ ਕਰਦਾ ਹੈ, ਤਾਂ ਜਿਹੜੇ ਸਾਡੇ ਆਪਣੇ, ਜਦੋਂ ਇਸ ਚੀਜ਼ ਨੂੰ ਦੇਖਦੇ ਹਨ ਕਿ ਅਸੀਂ ਬਾਈਬਲ ਪੜ੍ਹਨ ਦੇ ਵਿੱਚ, ਅਸੀਂ ਪ੍ਰਾਰਥਨਾ ਕਰਨ ਦੇ ਵਿੱਚ, ਅਸੀਂ ਰੋਜ਼ਾ ਰੱਖਣ ਦੇ ਵਿੱਚ, ਅਸੀਂ ਭਜਨ ਗਾਉਣ ਦੇ ਵਿੱਚ, ਅਸੀਂ ਅਗਵਾਈ ਕਰਨ ਦੇ ਵਿੱਚ, ਅਸੀਂ ਵਚਨ ਸੁਣਾਉਣ ਦੇ ਵਿੱਚ, ਅਸੀਂ ਵਚਨ ਸੁਣਨ ਦੇ ਵਿੱਚ ਅੱਗੇ ਵਧ ਰਹੇ ਹਾਂ,
ਤਾਂ ਫਿਰ ਸਾਡੀ ਵਿਰੋਧਤਾ ਹੁੰਦੀ ਹੈ। ਇਹੀ ਸਮਾਂ ਹੁੰਦਾ ਹੈ ਕਿ ਅਸੀਂ ਉਸ ਪ੍ਰਕਿਰਿਆ ਦੇ ਵਿੱਚੋਂ, ਪਰਮੇਸ਼ਵਰ ਦੀ ਉਹ ਜਿਹੜੀ ਪ੍ਰਕਿਰਿਆ ਹੈ ਜਿਸ ਦੇ ਵਿੱਚੋਂ ਨਿਕਲ ਕੇ ਅਸੀਂ ਸ਼ੁੱਧ, ਪਵਿੱਤਰ ਔਰ ਮਨ ਭਾਉਂਦੇ ਬਣਦੇ ਹਾਂ। ਜਿਸ ਤਰ੍ਹਾਂ ਸੋਨਾ ਭੱਠ ਦੇ ਵਿੱਚੋਂ ਜਿੰਨੀ ਦੇਰ ਗੁਜ਼ਰਦਾ ਨਹੀਂ ਉਨੀ ਦੇਰ ਸ਼ੁੱਧਤਾ ਨਹੀਂ ਆਉਂਦੀ, ਉਸੇ ਤਰ੍ਹਾਂ ਮੇਰੇ ਅਤੇ ਤੁਹਾਡੇ ਲਈ ਜਿੰਨੀ ਦੇਰ ਤੱਕ ਅਸੀਂ ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਦੇ ਨਹੀਂ ਉਨੀ ਦੇਰ ਤੱਕ ਅਸੀਂ ਪਰਮੇਸ਼ਵਰ ਦੇ ਮਨ ਭਾਉਣੇ ਨਹੀਂ ਬਣਦੇ। ਇੱਕ ਹੋਰ ਹਵਾਲਾ ਹੈ ਜਿਹੜਾ ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਪੜ੍ਹ ਸਕਦੇ ਹੋ, ਚੇਲਿਆਂ ਦੇ ਕਰਤੱਵ ਉਸ ਦਾ 13ਵਾਂ ਬਾਬ। ਅੰਤਾਕੀਆ ਦਾ ਦ੍ਰਿਸ਼ ਹੈ। ਪਾਲੂਸ ਔਰ ਬਰਨਾਬਾਸ ਅੰਤਾਕੀਆ ਦੇ ਵਿੱਚ ਹਨ। ਆਰਾਧਨਾਲਿਆ ਦਾ ਜਿਹੜਾ ਸਰਦਾਰ ਹੈ, ਬਜ਼ੁਰਗ ਹੈ, ਪਾਲੂਸ ਨੂੰ ਉਸ ਜਗ੍ਹਾ 'ਤੇ ਵਚਨ ਸੁਣਾਉਣ ਦਾ ਮੌਕਾ ਮਿਲਿਆ। ਸੰਤ ਪਾਲੂਸ ਨੇ ਜਦੋਂ ਉਸ ਜਗ੍ਹਾ 'ਤੇ ਖੜੇ ਹੋ ਕੇ ਪਰਮੇਸ਼ਵਰ ਦਾ ਵਚਨ ਸੁਣਾਇਆ, ਔਰ ਜਿੰਨੇ ਲੋਕ ਸਨ ਉਸ ਜਗ੍ਹਾ 'ਤੇ ਸਾਰਿਆਂ ਦੇ ਕੰਨਾਂ ਨੂੰ ਖੋਲ੍ਹਿਆ, ਬੁੱਧੀਆਂ ਨੂੰ ਖੋਲ੍ਹਿਆ, ਅਕਲ ਨੂੰ ਖੋਲ੍ਹਿਆ ਕਿ ਪਰਮੇਸ਼ਵਰ ਦੀ ਮਰਜ਼ੀ ਇਹ ਹੈ, ਹਕੀਕਤ ਇਹ ਹੈ, ਤਾਂ ਲੋਕਾਂ ਨੇ ਸਿਫਾਰਿਸ਼ ਕੀਤੀ। ਜਦੋਂ ਅਸੀਂ ਇਸੇ ਹੀ ਬਾਪ ਦੀ ਚੇਲਿਆਂ ਦੇ ਕਰਤੱਵ 13 ਬਾਪ ਉਸ ਦੀ 42 ਐਤ ਪੜ੍ਹਦੇ ਹਾਂ ਤਾਂ ਲੋਕਾਂ ਨੇ ਇਹ ਬੇਨਤੀ ਕੀਤੀ ਕਿ ਅਗਲੇ ਸਬਤ ਦੇ ਦਿਨ ਆ ਕੇ ਫਿਰ ਇਹੀ ਗੱਲਾਂ ਸੁਣਾਉਣੀਆਂ। ਔਰ ਜਦੋਂ ਅਗਲੇ ਸਬਤ ਦੇ ਦਿਨ ਪਾਲੂਸ ਉਸ ਆਰਾਧਨਾਲਿਆ ਦੇ ਵਿੱਚ, ਉਸ ਗਿਰਜਾ ਘਰ ਦੇ ਵਿੱਚ ਆ ਕੇ ਜਦੋਂ ਵਚਨ ਸੁਣਾਉਣਾ ਔਰ ਸੁਣਾ ਰਿਹਾ ਔਰ ਸੁਣਾਇਆ ਉਸਨੇ, ਤਾਂ ਵਚਨ ਦੱਸਦਾ ਹੈ ਉਸ ਨਗਰ ਦੇ ਬਹੁਤ ਸਾਰੇ ਲੋਕ ਪਾਲੂਸ ਨੂੰ ਸੁਣਨ ਦੇ ਲਈ, ਪਰਮੇਸ਼ਵਰ ਦੀਆਂ ਗੱਲਾਂ ਨੂੰ ਸੁਣਨ ਦੇ ਲਈ ਉਸ ਜਗ੍ਹਾ 'ਤੇ ਆਏ। ਵੱਡੀ ਭੀੜ ਉਸ ਜਗ੍ਹਾ 'ਤੇ ਇਕੱਠੀ ਹੋਈ। ਇਸ ਤੋਂ ਪਹਿਲਾਂ ਜਿੰਨੀ ਦੇਰ ਤੱਕ ਇਸ ਗਿਰਜਾ ਘਰ ਦੇ ਜਿਹੜੇ ਯਾਜਕ ਜਾਂ ਧਾਰਮਿਕ ਆਗੂ ਸਨ ਜਾਂ ਫਰੀਸੀ ਸਨ, ਜਦੋਂ ਆਰਾਧਨਾ ਕਰਦੇ ਕਦੀ ਇੰਨੇ ਲੋਕ ਨਹੀਂ ਸੀ ਆਏ। ਪਰ ਜਦੋਂ ਪਾਲੂਸ ਨੇ ਪਰਮੇਸ਼ਵਰ ਦਾ ਵਚਨ ਸੁਣਾਇਆ ਤਾਂ ਬਹੁਤ ਵੱਡੀ ਭੀੜ, ਦੂਸਰੀ ਵਾਰ ਜਿਹੜਾ ਮੌਕਾ ਮਿਲਿਆ, ਇਸ ਆਰਾਧਨਾਲਿਆ ਦੇ ਵਿੱਚ ਆਏ ਹਨ। ਜਿਸ ਨੂੰ ਦੇਖ ਕੇ ਉਹ ਫਰੀਸੀ, ਉਹ ਧਾਰਮਿਕ ਗ੍ਰੰਥੀ, ਉਹ ਧਾਰਮਿਕ ਆਗੂ ਜਿਨ੍ਹਾਂ ਨੇ ਮੌਕਾ ਦਿੱਤਾ ਕਿ ਅਗਲੀ ਵਾਰੀ ਆ ਕੇ ਫਿਰ ਗਿਰਜਾ ਘਰ ਦੇ ਵਿੱਚ ਪ੍ਰਚਾਰ ਕਰਨਾ, ਜਦੋਂ ਉਹਨਾਂ ਨੇ ਦੇਖਿਆ ਕਿ ਜਿਸ ਤਰ੍ਹਾਂ ਇਹ ਪ੍ਰਚਾਰ ਕਰ ਰਿਹਾ ਹੈ, ਜਿਸ ਤਰ੍ਹਾਂ ਇਹ ਪਰਮੇਸ਼ਵਰ ਦੀਆਂ ਗੱਲਾਂ ਸੁਣਾ ਰਿਹਾ, ਬਹੁਤ ਸਾਰੇ ਲੋਕ ਗਿਰਜਾ ਘਰ ਦੇ ਵਿੱਚ ਆਏ ਤਾਂ ਉਹ ਖਾਰ ਖਾਣ ਲੱਗੇ। ਲਿਖਿਆ ਹੈ 44 ਅਤੇ 45 ਦੇ ਵਿੱਚ, ਅਗਲੇ ਸਬਤ ਦੇ ਦਿਨ ਕਰੀਬ ਸਾਰਾ ਨਗਰ ਪਰਮੇਸ਼ਵਰ ਦਾ ਵਚਨ ਸੁਣਨ ਨੂੰ ਇਕੱਠਾ ਹੋਇਆ। ਪਰ ਯਹੂਦੀ ਜਿਹੜੇ ਉੱਥੇ ਕੰਮ ਕਰਨ ਵਾਲੇ, ਪਰ ਯਹੂਦੀ ਐਡੀ ਵੱਡੀ ਭੀੜ ਵੇਖ ਕੇ ਖਾਰ ਨਾਲ ਭਰ ਗਏ, ਈਰਖਾ ਦੇ ਨਾਲ, ਨਿੰਦਾ ਦੇ ਨਾਲ ਭਰ ਗਏ, ਕੁਫਰ ਬਕਣ ਲੱਗੇ, ਕੁਫਰ ਦੋਸ਼ ਲਗਾਉਣ ਲੱਗੇ। ਇਹੀ ਸਮਾਂ ਹੈ ਪਰਮੇਸ਼ਵਰ ਦੀ ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨ ਦਾ। ਇਸ ਲਈ ਖੁਦਾਵੰਦ ਦੇ ਬੇਟੇ ਬੇਟੀਓ, ਜਦੋਂ ਤੁਸੀਂ ਔਰ ਮੈਂ ਆਤਮਿਕ ਜੀਵਨ ਦੀ ਇੱਛਾ ਰੱਖਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਘਰ ਦੇ ਨਾਲ ਜੁੜੇ ਹੋਏ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਵਚਨਾਂ ਦੇ ਅਨੁਸਾਰ ਚੱਲਦੇ ਹਾਂ, ਜਦੋਂ ਅਸੀਂ ਪਰਮੇਸ਼ਵਰ ਦੇ ਸਵਰਗੀ ਰਾਜ ਦੇ ਲਈ ਯਤਨ ਕਰ ਰਹੇ ਹਾਂ, ਤਾਂ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ। ਜਦੋਂ ਮੇਰੀ ਅਤੇ ਤੁਹਾਡੀ ਵਿਰੋਧਤਾ ਹੋਏ, ਜਦੋਂ ਮੇਰੇ ਅਤੇ ਤੁਹਾਡੇ 'ਤੇ ਝੂਠੇ ਦੋਸ਼ ਲਗਾਏ ਜਾਣ, ਜਦੋਂ ਮੇਰੇ ਅਤੇ ਤੁਹਾਡੇ ਆਪਣੇ ਵਿਰੋਧੀ ਹੋ ਜਾਣ, ਤਾਂ ਸਮਝ ਲਓ ਕਿ ਉਹ ਪਰਮੇਸ਼ਵਰ ਦੀ ਉਹ ਪ੍ਰਕਿਰਿਆ ਦਾ ਸਮਾਂ ਹੈ ਜਿਸ ਦੇ ਵਿੱਚੋਂ ਦੀ ਗੁਜ਼ਰਨਾ ਹੈ। ਸੋਚੋ, ਅਗਰ ਯੂਸਫ ਉਸ ਪ੍ਰਕਿਰਿਆ ਦੇ ਵਿੱਚੋਂ ਨਾ ਗੁਜ਼ਰਦਾ ਤਾਂ ਕੀ ਉਹ ਮਿਸਰ ਦੇ ਵਿੱਚ ਫਰਾਉਨ ਤੋਂ ਬਾਅਦ ਪ੍ਰਧਾਨ ਮੰਤਰੀ ਬਣਦਾ? ਜਰਾ ਸੋਚੋ,
ਜੇਕਰ ਪਾਲੂਸ ਉਸ ਪ੍ਰਕਿਰਿਆ ਦੇ ਵਿੱਚੋਂ ਨਾ ਗੁਜ਼ਰਦਾ ਤਾਂ ਅੱਜ ਮੈਂ ਤੇ ਤੁਸੀਂ ਉਸ ਦੀ ਗਵਾਹੀ ਨੂੰ, ਉਸ ਦੇ ਵਚਨਾਂ ਨੂੰ, ਉਸ ਦੇ ਪ੍ਰਚਾਰ ਨੂੰ, ਜਿਹੜੇ ਪਰਮੇਸ਼ਵਰ ਦੇ ਰਾਹੀਂ, ਉਸ ਦੇ ਰਾਹੀਂ ਨਾਜ਼ਲ ਹੋਏ, ਕਿ ਮੈਂ ਤੇ ਤੁਸੀਂ ਉਹਨਾਂ ਨੂੰ ਪੜ੍ਹ ਕੇ ਵਿਸ਼ਵਾਸ ਕਰਦੇ। ਜਰਾ ਸੋਚੋ, ਅਗਰ ਪ੍ਰਭੂ ਯੀਸ਼ੂ ਮਸੀਹ ਉਸ ਪ੍ਰਕਿਰਿਆ ਦੇ ਵਿੱਚੋਂ ਨਾ ਗੁਜ਼ਰਦੇ ਤਾਂ ਕੀ ਮੈਂ ਤੇ ਤੁਸੀਂ ਅੱਜ ਕਹਿ ਸਕਦੇ ਕਿ ਮੇਰਾ ਉਧਾਰਕਰਤਾ ਜੀਵਤ ਹੈ, ਮੈਂ ਵੀ ਜੀਵਤ ਹਾਂ। ਮੈਨੂੰ ਨਜਾਤ ਦੇਣ ਵਾਲਾ, ਜਿਸ ਦੇ ਕੋਲੇ ਜ਼ਿੰਦਗੀ ਦੇਣ ਦਾ ਅਧਿਕਾਰ ਹੈ, ਜਿਸ ਦੇ ਕੋਲੇ ਨਿਆਂ ਕਰਨ ਦਾ ਅਧਿਕਾਰ ਹੈ, ਮੈਂ ਉਸ 'ਤੇ ਵਿਸ਼ਵਾਸ ਕਰਦਾ ਹਾਂ। ਇਸ ਲਈ ਮਸੀਹ ਵਿੱਚ ਮੇਰੇ ਪਿਆਰੇ ਭੈਣੋ ਤੇ ਭਰਾਓ, ਮੇਰੇ ਅਤੇ ਤੁਹਾਡੇ ਲਈ ਜ਼ਰੂਰੀ ਹੈ ਕਿ ਜਦੋਂ ਇਸ ਤਰ੍ਹਾਂ ਦਾ ਸਮਾਂ ਆਏ, ਜਦੋਂ ਅਸੀਂ ਇੱਕ ਇਮਾਨਦਾਰ ਵਾਲਾ, ਵਫਾਦਾਰ ਵਾਲਾ, ਦਿਆਨਤਦਾਰ ਵਾਲਾ, ਵਿਸ਼ਵਾਸੀ ਵਾਲਾ, ਧਰਮੀ ਵਾਲਾ ਜੀਵਨ ਬਤੀਤ ਕਰਦੇ ਹਾਂ ਔਰ ਪਰਮੇਸ਼ਵਰ ਦੇ ਸਵਰਗੀ ਰਾਜ ਦੇ ਲਈ ਕਿਸੇ ਵੀ ਤਰ੍ਹਾਂ ਦੀ ਸੇਵਕਾਈ ਕਰਦੇ ਹਾਂ, ਭਾਵੇਂ ਅਸੀਂ ਚਰਚ ਨੂੰ ਸਾਫ਼ ਕਰਦੇ ਹੋਈਏ, ਭਾਵੇਂ ਅਸੀਂ ਕੋਈ ਸਾਜ਼ ਵਜਾਉਣ ਵਾਲੇ ਹੋਈਏ, ਭਾਵੇਂ ਅਸੀਂ ਪਰਮੇਸ਼ਵਰ ਦੀ ਵਰਸ਼ਿਪ ਕਰਨ ਵਾਲੇ ਹੋਈਏ, ਭਾਵੇਂ ਅਸੀਂ ਲੋਕਾਂ ਦੀ ਅਗਵਾਈ ਕਰਨ ਵਾਲੇ ਹੋਈਏ, ਭਾਵੇਂ ਅਸੀਂ ਲੋਕਾਂ ਨੂੰ ਚੰਗੀ ਸਲਾਹ ਦੇਣ ਵਾਲੇ ਹੋਈਏ, ਭਾਵੇਂ ਅਸੀਂ ਵਚਨ ਨੂੰ ਪੜ੍ਹਨ ਵਾਲੇ ਹੋਈਏ, ਪ੍ਰਾਰਥਨਾ ਕਰਨ ਵਾਲੇ ਹੋਈਏ, ਤਾਂ ਜਦੋਂ ਸਾਡੀ ਵਿਰੋਧਤਾ ਹੋਏਗੀ, ਜਦੋਂ ਸਾਡੇ ਤੇ ਦੋਸ਼ ਉਂਗਲ ਉਠਾਉਣਗੇ, ਤਾਂ ਸਮਝ ਲੈਣਾ ਪਰਮੇਸ਼ਵਰ ਦੀ ਉਹ ਪ੍ਰਕਿਰਿਆ ਦੇ ਵਿੱਚ ਮੈਂ ਆ ਚੁੱਕਾ ਹਾਂ ਔਰ ਉਹਦੇ ਵਿੱਚ ਨਮਰ ਔਰ ਦੀਨ ਵਿਸ਼ਵਾਸੀ ਬਣੇ ਰਹਿਣਾ ਹੈ, ਤਾਂ ਜੋ ਉਹ ਜ਼ਿੰਦਗੀ ਦਾ ਜਿਹੜਾ ਪਰਮੇਸ਼ਵਰ ਕਹਿੰਦਾ ਹੈ ਕਿ ਮੈਂ ਜ਼ਿੰਦਗੀ ਦੇਣ ਆਇਆ, ਬਹੁਤਾਤ ਦੀ ਜ਼ਿੰਦਗੀ, ਉਸ ਦਾ ਮੈਂ ਹਿੱਸੇਦਾਰ ਬਣ ਸਕਾਂ। ਸੋ ਪ੍ਰਭੂ ਮੈਨੂੰ ਅਤੇ ਤੁਹਾਨੂੰ ਸਭ ਨੂੰ ਅੱਜ ਦੇ ਦਿਨ ਇਹਨਾਂ ਵਚਨਾਂ ਦੇ ਰਾਹੀਂ ਆਸ਼ੀਸ਼ ਔਰ ਬਰਕਤ ਦੇ। ਆਮੀਨ। ਆਈਏ ਅਸੀਂ ਸਿਰਾਂ ਨੂੰ ਝੁਕਾਵਾਂਗੇ, ਪ੍ਰਾਰਥਨਾ ਕਰਾਂਗੇ। ਮਿਹਰਬਾਨ ਦਿਆਲੂ ਕਿਰਪਾਲੂ ਪਿਤਾ ਪਰਮੇਸ਼ਵਰ, ਅੱਜ ਔਰ ਇਸ ਵਕਤ ਅਸੀਂ ਸਭ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ, ਬੱਚਿਆਂ ਨੂੰ, ਬਜ਼ੁਰਗਾਂ ਨੂੰ ਤੁਹਾਡੇ ਹੱਥਾਂ ਵਿੱਚ ਦਿੰਦੇ ਹਾਂ। ਪਰਮੇਸ਼ਵਰ, ਖਾਸ ਪ੍ਰਾਰਥਨਾ ਉਹਨਾਂ ਸਾਡੇ ਅਜ਼ੀਜ਼ ਬੇਟੇ ਬੇਟੀਆਂ, ਭੈਣਾਂ ਭਰਾਵਾਂ, ਬਜ਼ੁਰਗਾਂ ਦੇ ਲਈ ਜਿਹੜੇ ਤੁਹਾਡੀ ਉਸ ਪ੍ਰਕਿਰਿਆ ਦੇ ਵਿੱਚੋਂ ਗੁਜ਼ਰ ਰਹੇ ਹਨ, ਤੁਹਾਡੇ ਵਚਨ ਦੇ ਕਾਰਨ, ਤੁਹਾਡੀ ਸੇਵਕਾਈ ਦੇ ਕਾਰਨ। ਉਹਨਾਂ ਨੂੰ ਆਤਮਾ ਦਾ ਦੁੱਗਣਾ ਮੱਸਾ ਦਿਓ, ਉਹਨਾਂ ਨੂੰ ਸਮਝ ਔਰ ਤੌਫੀਕ ਦਿਓ, ਉਹਨਾਂ ਨੂੰ ਸਮਰੱਥ ਦਿਓ, ਤਾਂ ਜੋ ਉਸ ਸਮੇਂ ਉਹ ਡੋਲਣ ਨਾ, ਉਸ ਸਮੇਂ ਉਹ ਸਥਿਰ ਰਹਿਣ। ਜਿਸ ਤਰ੍ਹਾਂ ਬਹੁਤ ਸਾਰੇ ਲੋਕ ਉਸ ਪ੍ਰਕਿਰਿਆ ਦੇ ਵਿੱਚ ਪੈਣ ਸਮੇਂ ਡੋਲ ਜਾਂਦੇ, ਡਿੱਗ ਜਾਂਦੇ ਹਨ। ਖਾਸ ਤੌਰ 'ਤੇ ਖੁਦਾਵੰਦ, ਅਸੀਂ ਆਪਣੇ ਪਰਿਵਾਰਾਂ, ਬੱਚਿਆਂ, ਬਜ਼ੁਰਗਾਂ, ਆਪਣੇ ਮੁਹੱਲੇ, ਸ਼ਹਿਰ, ਆਪਣੀ ਸਟੇਟ, ਆਪਣੇ ਦੇਸ਼, ਪੂਰੀ ਦੁਨੀਆ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦੇ ਹਾਂ। ਇਸ ਵਕਤ ਜਦੋਂ ਮਹਾਮਾਰੀ ਦਾ ਦੌਰ ਹੈ, ਪ੍ਰਭੂ ਤਰਸ ਕਰੋ, ਅਨੁਗ੍ਰਹਿ ਕਰੋ, ਔਰ ਜਿਹੜੇ ਇਸ ਵਕਤ ਲੋਕ ਵਿਲਕ ਰਹੇ ਹਨ, ਕੁਰਲਾ ਰਹੇ ਹਨ, ਦੁਖੀ ਹਨ, ਪਰੇਸ਼ਾਨ ਹਨ, ਬਿਮਾਰ ਹਨ, ਮਹਾਮਾਰੀ ਦਾ ਸ਼ਿਕਾਰ ਹਨ, ਉਹਨਾਂ 'ਤੇ ਦਇਆ ਕਰਕੇ ਇਸ ਮਹਾਮਾਰੀ ਨੂੰ ਖਤਮ ਕਰ ਦਿਓ ਪਰਮੇਸ਼ਵਰ, ਖਤਮ ਕਰ ਦਿਓ ਪਰਮੇਸ਼ਵਰ, ਦਇਆ ਦੇ ਨਾਲ, ਕਿਰਪਾ ਦੇ ਨਾਲ, ਕਿਉਂਕਿ ਤੁਸੀਂ ਸਭ ਕੁਝ ਕਰਨ ਦੇ ਯੋਗ ਹੋ। ਅੱਜ ਦਾ ਦਿਨ ਪ੍ਰਭੂ, ਜਦੋਂ ਅਸੀਂ ਤੁਹਾਡੇ ਘਰ ਦੇ ਵਿੱਚ ਨਹੀਂ ਜਾ ਸਕੇ, ਜਿੱਥੇ ਵੀ ਹਾਂ ਪ੍ਰਭੂ, ਅੱਜ ਦੇ ਦਿਨ ਨੂੰ ਪਵਿੱਤਰ ਮੰਨੀਏ, ਆਰਾਧਨਾ ਕਰੀਏ, ਪ੍ਰਾਰਥਨਾ ਕਰੀਏ, ਇੱਕ ਦੂਸਰੇ ਦੇ ਲਈ ਪ੍ਰਾਰਥਨਾ ਕਰੀਏ, ਆਪਣੇ ਮੁਲਕ ਦੇ ਲਈ ਪ੍ਰਾਰਥਨਾ ਕਰੀਏ, ਇਸ ਮਹਾਮਾਰੀ ਦੇ ਖਤਮ ਹੋਣ ਦੇ ਲਈ ਪ੍ਰਾਰਥਨਾ ਕਰੀਏ। ਪ੍ਰਭੂ, ਸਾਨੂੰ ਵਿਸ਼ਵਾਸ, ਜਦੋਂ ਅਸੀਂ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਤਾਂ ਤੁਸੀਂ ਸੁਣਦੇ ਹੋ ਔਰ ਉਸ ਦਾ ਉੱਤਰ ਵੀ ਦਿੰਦੇ ਹੋ। ਇੱਕ ਵਾਰ ਫਿਰ ਪਿਤਾ, ਮਿੰਨਤ ਕਰਦੇ ਹਾਂ, ਸਾਡੇ ਘਰਾਂ ਪਰਿਵਾਰਾਂ 'ਤੇ ਤੁਹਾਡਾ ਰਹਿਮ ਬਣਿਆ ਰਹੇ, ਕਿਉਂਕਿ ਕਿਸੇ ਨੂੰ ਪੈਸੇ 'ਤੇ, ਕਿਸੇ ਨੂੰ ਆਪਣੀ ਬੁੱਧ 'ਤੇ, ਕਿਸੇ ਨੂੰ ਆਪਣੀ ਜਾਣ ਪਹਿਚਾਣ 'ਤੇ ਭਰੋਸਾ ਹੈ। ਸਾਨੂੰ ਭਰੋਸਾ ਸਾਡੇ ਖੁਦਾਵੰਦ ਪ੍ਰਭੂ ਯੀਸ਼ੂ ਮਸੀਹ 'ਤੇ, ਔਰ ਸਾਨੂੰ ਵਿਸ਼ਵਾਸ ਹੈ ਉਸ ਦਾ ਬੇਅੈਬ ਲਹੂ ਸਾਨੂੰ ਸਭ ਚਿੰਤਾਵਾਂ ਤੋਂ, ਪਰੇਸ਼ਾਨੀਆਂ ਤੋਂ, ਬਿਮਾਰੀਆਂ ਤੋਂ, ਈਵਨ ਮਹਾਮਾਰੀ ਤੋਂ ਬਚਾਏਗਾ। ਪ੍ਰਭੂ ਆਓ, ਰਹਿਮ ਕਰੋ, ਸਾਨੂੰ ਸਭ ਨੂੰ ਆਪਣੇ ਹੱਥਾਂ 'ਚ ਲਓ ਔਰ ਇਸ ਬੇਨਤੀ ਨੂੰ ਕਬੂਲ ਕਰੋ। ਪ੍ਰਭੂ ਯੀਸ਼ੂ ਮਸੀਹ ਦੇ ਸੱਚੇ ਔਰ ਜ਼ਿੰਦਾ